ਧੱਕਾ ਕਰ ਰਿਹਾ, ਸਰਾਸਰ ਧੱਕਾ, ਸਰਾਸਰ ਧੱਕਾ। ਚਾਚਾ ਸਾਡਾ ਬੰਦ ਕਰਾ ਦੇ ਪਾ ਕੇ 326 ਰੱਖਣਾ, ਕੱਲ ਨੂੰ ਸਾਰੇ ਅੰਦਰ ਮਾਰਨਾ। ਬੰਦ ਕਰਾ ਦੇ ਪਾ ਕੇ 326 ਰੱਖਣਾ, ਕੱਲ ਨੂੰ ਸਾਰੇ ਅੰਦਰ ਮਾਰਨਾ। ਵੀ ਸਾਨੂੰ ਦੱਸੇ ਸਰਕਾਰ ਮੈਨੂੰ ਵੀ ਪੁਲਿਸ ਜਾਂ ਐਸੇ ਤਾਂ ਨਹੀਂ ਧੱਕਾ ਕਰਾਊਗੀ ਗਰੀਬ ਕਿਸਾਨਾਂ ਦੀ ਜ਼ਮੀਨਾਂ ਤੇ ਅਸੀਂ ਹੁਣ ਕੀ ਕਰੀਏ, ਮਰੀਏ ਕਿ ਜਿਉਂਦੇ ਰਹੀਏ। ਪ੍ਰਸ਼ਾਸਨ SHO ਉਹਨਾਂ ਦੀ ਮਦਦ ਕਰਦਾ, SHO ਸਾਜ਼ਬਾਜ਼ ਹੋਇਆ ਹੋਇਆ, SHO ਨੇ ਕੁਛ ਨਾ ਕੁਛ ਉਹਨਾਂ ਤੋਂ ਚੜਾਵਾ ਲਿਆ ਹੋਇਆ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਪੀੜਤ ਕਿਸਾਨ ਸਵਰਨਜੀਤ ਸਿੰਘ ਨੇ ਇੱਕ ਵੀਡੀਓ ਵਾਇਰਲ ਕਰਦੇ ਹੋਏ ਆਪਣੇ ਸ਼ਰੀਕਾਂ ਤੇ ਗੰਭੀਰ ਆਰੋਪ ਲਗਾਏ ਨੇ ਕਿ ਉਹਨਾਂ ਨੇ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਮੇਰੇ ਤੇ ਟਰੈਕਟਰ ਚੜਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦੇ ਦੰਦ ਵੀ ਟੁੱਟ ਗਏ। ਪਰ ਪੁਲਿਸ ਸਾਡੇ ਹੱਕ ਵਿੱਚ ਕਾਰਵਾਈ ਕਰਨ ਦੀ ਬਜਾਏ ਉਲਟਾ ਸਾਡੇ ਤੇ ਹੀ ਪਰਚਾ ਦਰਜ ਕਰਨ ਦੀ ਗੱਲ ਆਖ ਰਹੀ ਹੈ ਤੇ ਥਾਣੇ ਦਾ SHO ਵੀ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਤੁਹਾਡੀਆਂ ਔਰਤਾਂ ਤੇ ਵੀ ਧਾਰਾ 326 ਦਾ ਪਰਚਾ ਦਰਜ ਕੀਤਾ ਜਾਵੇਗਾ। ਸਵਰਨਜੀਤ ਪਿੰਡ ਸਰੈਨਾਗਾ, ਜ਼ਮੀਨ ਦਾ ਰੌਲਾ ਜੀ। ਜ਼ਮੀਨ ਸਾਡੀ ਜਿਹੜੀ ਸਾਂਝੇ ਖਾਤੇ ਦੇ ਵਿੱਚੋਂ ਮੈਨੂੰ 4.25 ਕਿੱਲੇ ਆਏ ਹੋਏ ਹੈ। 50 ਸਾਲ ਤੋਂ ਸਾਡੀ ਵੰਡ ਹੋਈ ਵੀ ਹੈ। ਉਦੋਂ ਜਿਹੜੀ ਜ਼ਮੀਨ ਦੀ ਸਭ ਤੋਂ ਮਾੜਾ ਟੱਕ ਕਰਕੇ ਮੈਨੂੰ ਦਿੱਤੀ ਸੀਗੀ ਮੇਰੇ ਬਾਪ ਨੂੰ ਤੇ ਮੈਨੂੰ, ਤੇ ਹੁਣ ਉਹ ਉੱਥੇ ਸੜਕ ਬਣ ਗਈ ਹੈ। ਹੁਣ ਮੇਰਾ ਚਾਚਾ ਬਿਸ਼ਨਦਾਸ ਤੇ ਉਹਦੇ ਲੜਕੇ ਮੇਰੀ ਜ਼ਮੀਨ ਤੇ ਕਬਜ਼ਾ ਕਰਦੇ ਆ। ਕਬਜ਼ਾ ਕਰਨ ਦੀ ਨੀਅਤ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ? ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਮੇਰੀ। ਪੁਲਿਸ ਨਾਲ ਸਾਜ਼ਬਾਜ਼ ਹੋਈ ਹੈ ਜੀ। SHO ਜਗਦੀਪ ਸਿੰਘ ਹੈ ਜਿਹੜਾ ਬਰੀਆਲਾ ਥਾਣੇ ਦਾ ਇੰਚਾਰਜ ਹੈ ਜੀ, ਉਹ ਨਾਲ ਉਹਨਾਂ ਦੇ ਰਲਿਆ ਹੋਇਆ ਜੀ। ਮੇਰੀ ਜ਼ਮੀਨ ਤੇ ਉਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਵਾਹੁਣ ਦੀ ਤੇ ਮੇਰੇ ਸੱਟਾਂ ਮਾਰੀਆਂ ਸੀਗੀਆਂ। ਉਸਨੇ ਪਰ ਕੋਈ ਰਿਪੋਰਟ ਦਿੱਤੀ ਜੀ ਤੁਹਾਡੇ ਸੱਟਾਂ ਵੱਜੀਆਂ? ਦਿੱਤੀ ਹੈ ਜੀ, ਉਹਦੀ ਰਿਪੋਰਟ ਉਹ ਗਵੀਰੀਅਸ ਨੇਚਰ ਦੀ ਦਿੱਤੀ ਵੀ ਰਿਪੋਰਟ ਜੀ। ਉਹਦੀ ਉਹਨਾਂ ਨੇ ਹਜੇ ਤੱਕ ਪੁਲਿਸ ਨੇ ਉਹਦੇ ਵਿੱਚ ਕੋਈ ਮੇਰੇ ਵਾਧਾ ਨਹੀਂ ਕੀਤਾ ਗਾ। ਉਹਨਾਂ ਦੇ ਸਰਕਾਰ ਤੋਂ ਕੀ ਮੰਗ ਕਰਨੀ? ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਸਾਨੂੰ ਦੱਸੇ ਸਰਕਾਰ ਮੈਨੂੰ ਵੀ ਪੁਲਿਸ ਜਾਂ ਐਸੇ ਤਾਂ ਨਹੀਂ ਧੱਕਾ ਕਰਾਊਗੀ ਗਰੀਬ ਕਿਸਾਨਾਂ ਦੀ ਜ਼ਮੀਨਾਂ ਤੇ ਅਸੀਂ ਹੁਣ ਕੀ ਕਰੀਏ, ਮਰੀਏ ਕਿ ਜਿਉਂਦੇ ਰਹੀਏ। ਸੂਚਨਾ ਮੇਰੀ ਬੇਟੀ ਹੈ ਜੀ ਇੱਕ ਇਕੱਲੀ, ਇਸ ਕਰਕੇ ਮੇਰੇ ਨਾਲ ਧੱਕਾ ਕਰਦੇ ਆ ਜਿਹੜੇ ਮੇਰੇ ਸ਼ਰੀਕੇ ਵਾਲੇ। ਉਹ ਮੇਰੀ ਜ਼ਮੀਨ ਨੱਪਣਾ ਚਾਹੁੰਦੇ ਆ ਵੀ ਇਹਦੇ ਇਕੱਲੀ ਬੇਟੀ ਹੈ। ਸ਼ਰੀਕੇ ਵਾਲਿਆਂ ਦੀ ਮਦਦ ਕੌਣ ਕਰ ਰਿਹਾ ਜੀ ਇਸ ਕੰਮ ਵਾਸਤੇ? ਹੁਣ ਪ੍ਰਸ਼ਾਸਨ ਕਰਦਾ ਜੀ ਇਸ ਟਾਈਮ ਮਦਦ। ਇਹਨਾਂ ਦੇ ਜੀ ਬਿਸ਼ਨ ਸਿੰਘ ਤੇ ਉਹਨਾਂ ਦੇ ਬੇਟਿਆਂ ਨੇ ਜਿਹੜੀਆਂ ਸੱਟਾਂ ਮਾਰੀਆਂ ਸੀ, ਉਹ ਪਰਚਾ ਬਣਦਾ ਸੀ 26 ਦਾ ਜੀ। 2 ਦੰਦ ਟੁੱਟੇ ਸੀਗੇ। ਉਹ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਹੜੀ ਉਹਨਾਂ ਨੇ ਆਪ ਮੋਰੀ ਕਰਕੇ ਕੰਨ 'ਚ ਲੈ ਗਏ ਤੇ ਉਹ ਪੁਲਿਸ ਪ੍ਰਸ਼ਾਸਨ ਸਾਨੂੰ ਧਮਕਾ ਰਹੀ ਏ ਕਿ ਉਹਨਾਂ ਦੇ ਕੇਸ ਬਣਾ ਕੇ ਤੁਹਾਡੇ ਤੇ ਤੁਹਾਨੂੰ ਅੰਦਰ ਕਰ ਦਾਂਗੇ, ਤੁਹਾਡੀਆਂ ਜਨਾਨੀਆਂ ਵੀ ਅੰਦਰ ਕਰ ਦਾਂਗੇ। ਕੀ ਕਹਿੰਦੇ ਜੀ ਪੁਲਿਸ ਵਾਲੇ ਜੀ ਕੁਛ ਨਹੀਂ, ਉਹ ਉਹਨਾਂ ਦੀ ਮਦਦ ਕਰ ਰਹੇ, ਧਮਕਾ ਰਹੇ ਨੇ ਕਿ ਜ਼ਮੀਨ ਛੱਡ ਦੋ ਨਹੀਂ ਤਾਂ ਤੁਹਾਡੀਆਂ ਜਨਾਨੀਆਂ ਅੰਦਰ ਕਰ ਦਾਂਗੇ, ਬੰਦੇ ਵੀ ਜਾਣਗੇ। ਪੁਲਿਸ ਦਾ ਕੌਣ ਹੈ ਜੀ ਜਿਹੜਾ ਧਮਕੀ ਦੇ ਰਿਹਾ ਹੈ? ਉਹ SHO ਜੀ ਬਰੂ ਵਾਲਾ ਮੰਡੀ ਤੇ ਸਾਰਾ ਪ੍ਰਸ਼ਾਸਨ ਉੱਥੋਂ ਚੌਂਕੀ ਦਾ ਜੀ। ਉਧਰ ਦੂਜੀ ਧਿਰ ਦੇ ਵਿਅਕਤੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ, ਆਓ ਸੁਣਦੇ ਹਾਂ। ਮੇਰਾ ਬਾਪ ਸਵਰਨਜੀਤ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਦੇ ਆ। 50 ਸਾਲਾਂ ਦੀ ਵੰਡ ਹੋਈ ਵੀ ਹੈ। ਘਰ ਸਵਰਨਜੀਤ ਦਾ ਮੌਕੇ ਤੇ ਪਾਇਆ ਹੋਇਆ। ਪ੍ਰਸ਼ਾਸਨ ਜਿਹੜੀ ਆ ਉਹ ਮੋਹਨ ਲਾਲ ਤੇ ਬਿਸ਼ਨਦਾਸ ਦੀ ਮਦਦ ਕਰਦਾ ਹੈ। SHO ਖੁਦ ਇੱਥੇ ਜ਼ਮੀਨ ਤੇ ਸਾਜ਼ਬਾਜ਼ ਹੋਇਆ ਹੋਇਆ ਤੇ ਕਬਜ਼ਾ ਕਰਾਉਣਾ ਚਾਹੁੰਦਾ ਹੈ। ਕਿਹੜੇ SHO ਹੈ ਜੀ? SHO ਜਗਦੀਪ ਸਿੰਘ ਹੈ ਜੀ। ਇੱਥੇ ਮੌਕੇ ਤੇ ਬਰੀ ਵਾਲੇ ਥਾਣੇ ਲੱਗੇ ਆ ਜੀ। ਸਾਰੇ ਪਿੰਡ ਦੀਆਂ ਅਗਵਾਈਆਂ ਵੀ ਹੋਈਆਂ ਹੋਈਆਂ ਤੇ ਸੱਟਾਂ ਸਵਰਨਜੀਤ ਦੇ 18/5 ਨੂੰ ਮਾਰੀਆਂ। 28/5 ਨੂੰ ਪਰਚਾ ਦਰਜ ਹੋਇਆ ਸੀਗਾ। 323 447 ਲੱਗੀ ਸੀ। ਅੱਜ ਫੇਰ ਇਹਨਾਂ ਨੇ ਵਾਹਣ ਦੁਬਾਰਾ ਸਾਡਾ ਝੋਨਾ ਵਾਹਤਾ ਹੈਗਾ। ਤੇ ਕੌਣ ਆਇਆ ਸੀ ਵਾਹਣ ਵੇਲੇ? ਮੋਹਨ ਲਾਲ, ਬਿਸ਼ਨਦਾਸ, ਰੋਸ਼ਨ ਲਾਲ ਤੇ ਉਹਨਾਂ ਦੇ 2 ਘਰ ਵਾਲੀਆਂ ਸੁਨੀਤਾ ਰਾਣੀ, ਸੀਮਾ ਰਾਣੀ, ਦਰਸ਼ਨਾ ਰਾਣੀ ਤੇ ਗੋਬਿੰਦ ਰਾਏ। ਇਹ 7 ਜਾਣੇ ਇੱਥੇ ਆਏ ਸੀਗੇ ਜੀ। ਤੋਂ ਬਾਅਦ ਪੁਲਿਸ ਆਈ ਹੈ। ਪੁਲਿਸ ਨੇ ਉਹਨਾਂ ਨੂੰ ਫੜ ਕੇ ਨਹੀਂ ਲਗਾਈ, ਪੁਲਿਸ ਛੱਡ ਕੇ ਗਈ ਹੈ ਉਹਨਾਂ ਨੂੰ। ਮੌਕੇ ਤੇ ਪੁਲਿਸ ਨੇ ਸਾਰਾ ਕੁਝ ਵੇਖ ਲਿਆ। ਪ੍ਰਸ਼ਾਸਨ SHO ਉਹਨਾਂ ਦੀ ਮਦਦ ਕਰਦਾ, SHO ਸਾਜ਼ਬਾਜ਼ ਹੋਇਆ ਹੋਇਆ। SHO ਨੇ ਕੁਛ ਨਾ ਕੁਛ ਉਹਨਾਂ ਤੋਂ ਚੜਾਵਾ ਲਿਆ ਹੋਇਆ। ਥਾਣਾ ਬਰੀਵਾਲਾ ਦੇ SHO ਨੇ ਮੀਡੀਆ ਨਾਲ ਗੱਲਬਾਤ ਕਰਦੇ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ, ਆਓ ਸੁਣਦੇ ਹਾਂ। ਸਵਰਨਜੀਤ ਵਾਲੇ ਮਾਮਲੇ 'ਚ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਚੁੱਕੀ ਹੈ ਜੀ? ਇਸ ਮਾਮਲੇ 'ਚ ਪੁਲਿਸ ਵੱਲੋਂ FIR ਨੰਬਰ 38 ਮਿਤੀ 23/5/2020 ਅੰਡਰ ਸੈਕਸ਼ਨ 323 447 511 34 IPC ਦਰਜ ਕੀਤੀ ਗਈ ਹੈ। ਇਸ 'ਚ ਦੂਸਰੀ ਪਾਰਟੀ ਵੱਲੋਂ ਵੀ ਕ੍ਰਾਸ ਪਰਚਾ 324 323 506 ਦਾ ਦਰਜ ਕੀਤਾ ਗਿਆ। ਸਰ ਇਹਦੇ ਵਿੱਚ ਕੁਝ ਧਿਰਾਂ ਕਹਿ ਰਹੀਆਂ ਵੀ ਪੁਲਿਸ ਦੀ ਕਾਰਵਾਈ ਜ਼ਿਆਦਾ ਵਧੀਆ ਨਹੀਂ, ਇਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ? ਉਹ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ ਇਸ ਮਾਮਲੇ 'ਚ। ਇਸ ਮਾਮਲੇ 'ਚ ਜੋ ਇਹਨਾਂ ਦੀਆਂ ਅੰਡਰ ਐਕਸਰੇ ਸੱਟਾਂ ਸੀਗੀਆਂ, ਉਸ ਦੀ ਬਕਾਇਦਾ ਡਾਕਟਰੀ ਓਪੀਨੀਅਨ ਲੈ ਕੇ ਇਸ ਮਸਲੇ 'ਚ ਜੈਨੂਇਨ, ਫ੍ਰੀ ਐਂਡ ਫੇਅਰ ਕਾਰਵਾਈ। ਮੈਂ ਆਪਣੇ
ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना किती असी अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री रिलीफ जिन्हें मेरा एक कॉन्फिडेंस बिल्ड किया, जिहदे लगान नाल मैं मार्केट 'ਚ बड़ा ही कॉन्फिडेंट हाँ। और इहदे नाल मैनूं बड़ा फायदा होया। तो मैनूं सर्वाइकल की भी दिक्कत सी, तो उहदे नाल भी मैनूं बड़ा रिलीफ मिलिया। ये यूज़ करो, तो मैं प्रैक्टिकल यूज़ कर रहा। Now A1 Punjabi launch a newspaper, The Power of Words. Now you check out all our daily updates on our website www.a1punjabi.com and all updates on our social networks, Facebook, Twitter, Instagram and YouTube. Thank you.